ਰੋਜ਼ਾਨਾ ਲੋਕਨਾਥ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਜਾਵੇਗੀ ਕਾਂਗਰਸ ਦੀਆਂ ਵਧਦੀਆਂ ਹੋਈਆਂ ਮੁਸ਼ਕਲਾਂ ਦੀ, ਕਿਉਂਕਿ ਇੱਕ ਇੱਕ ਕਰਕੇ ਕਾਂਗਰਸ ਦੇ ਸੀਨੀਅਰ ਲੀਡਰ ਵਿਜੀਲੈਂਸ ਦੇ ਰਡਾਰ ਦੇ ਉੱਪਰ ਨੇ। ਜਦੋਂ ਕਿ ਹੁਣ ਕੱਲ ਭਾਰਤ ਭੂਸ਼ਣ ਆਸ਼ੂ ਜਿਹੜੇ ਕਿ ਸਾਬਕਾ ਫੂਡ ਸਪਲਾਈ ਮੰਤਰੀ ਨੇ ਉਹ ਹਾਈ ਕੋਰਟ ਦੇ ਵਿੱਚ ਪਹੁੰਚੇ ਸੀ ਆਪਣੇ ਬਚਾਅ ਦੇ ਲਈ, ਲੇਕਿਨ ਉਹਨਾਂ ਦੇ ਡਿਪਾਰਟਮੈਂਟ ਦੇ ਕਾਰਨ ਹੁਣ ਕਾਂਗਰਸ ਦੇ ਵਿੱਚ ਵੱਡੀ ਤਰਥੱਲੀ ਮਚਦੀ ਹੋਈ ਨਜ਼ਰ ਆ ਰਹੀ ਹੈ। ਵੱਡੀ ਗਿਣਤੀ ਦੇ ਵਿੱਚ ਸਾਬਕਾ ਵਿਧਾਇਕ ਹੁਣ ਰਡਾਰ ਤੇ ਆਉਣ ਲੱਗੇ ਨੇ। ਕਿਹੜੇ ਹੋਣਗੇ ਤੇ ਕਿਹੜੇ ਕਾਰਨ ਨੇ ਜਿਸ ਕਾਰਨ ਵਿਜੀਲੈਂਸ ਦੇ ਰਡਾਰ ਦੇ ਉੱਪਰ ਤਕਰੀਬਨ ਕਾਫੀ ਜ਼ਿਆਦਾ ਸਾਬਕਾ ਵਿਧਾਇਕ ਆਉਣ ਲੱਗੇ ਨੇ, ਇਸ ਬਾਰੇ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਸੰਗਰੂਰ ਜ਼ਿਮਨੀ ਚੋਣਾਂ ਦੀ, ਜਿਸ ਦੇ ਵਿੱਚ ਕਿ ਕਾਂਗਰਸ ਨੂੰ ਇੱਕ ਵੱਡਾ ਝਟਕਾ ਲੱਗਿਆ। ਕਾਂਗਰਸ ਦੀ ਚੋਣ ਮੁਹਿੰਮ ਨੂੰ ਇੱਕ ਵੱਡਾ ਝਟਕਾ ਲੱਗਿਆ। ਕਿਸ ਕਾਰਨ ਇਹ ਝਟਕਾ ਲੱਗਿਆ ਤੇ ਕਿਸ ਤਰ੍ਹਾਂ ਦੇ ਹਾਲਾਤ ਹੁਣ ਬਣਨ ਲੱਗੇ ਨੇ ਜ਼ਿਮਨੀ ਚੋਣਾਂ ਦੇ ਵਿੱਚ ਕਾਂਗਰਸ ਦੇ ਲਈ, ਇਸ ਬਾਰੇ ਗੱਲਬਾਤ ਕਰਾਂਗੇ। ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਰਾਹੁਲ ਗਾਂਧੀ ਦੀ। ਰਾਹੁਲ ਗਾਂਧੀ ਜਿਨ੍ਹਾਂ ਤੋਂ ਕੱਲ ਤਕਰੀਬਨ 10 ਘੰਟੇ ਪੁੱਛਗਿੱਛ ਕੀਤੀ ਗਈ ਸੀ, ਲੇਕਿਨ ਬਾਵਜੂਦ ਇਸ ਦੇ ਅਜੇ ਵੀ ਈਡੀ ਦੇ ਵੱਲੋਂ ਉਹਨਾਂ ਦਾ ਪਿੱਛਾ ਨਹੀਂ ਛੱਡਿਆ ਗਿਆ। ਅੱਜ ਫਿਰ ਈਡੀ ਵੱਲੋਂ ਉਹਨਾਂ ਨੂੰ ਬੁਲਾਇਆ ਗਿਆ, ਅੱਜ ਫਿਰ ਈਡੀ ਦੇ ਸਾਹਮਣੇ ਪੇਸ਼ ਹੋਣਗੇ। ਅੱਜ ਕਿਸ ਤਰ੍ਹਾਂ ਦੇ ਮਾਹੌਲ ਬਣਨਗੇ, ਕੀ ਅੱਜ ਫਿਰ ਕਾਂਗਰਸ ਦੇ ਵਰਕਰ ਸੜਕਾਂ ਤੇ ਉਤਰਨਗੇ, ਰੋਸ ਪ੍ਰਦਰਸ਼ਨ ਕਰਨਗੇ, ਈਡੀ ਦੇ ਉੱਪਰ ਦਬਾਅ ਬਣਾਉਣ ਦੀ ਕੋਸ਼ਿਸ਼ ਕਰਨਗੇ, ਜਾਂ ਫਿਰ ਚੁੱਪ ਚਪੀਤੇ ਹੁਣ ਆਪਣੇ ਘਰਾਂ ਦੇ ਵਿੱਚ ਬੈਠ ਜਾਣਗੇ? ਕਿਸ ਤਰ੍ਹਾਂ ਦੇ ਹਾਲਾਤ ਅੱਜ ਬਣਨਗੇ ਜਦੋਂ ਰਾਹੁਲ ਗਾਂਧੀ ਈਡੀ ਸਾਹਮਣੇ ਪੇਸ਼ ਹੋਣਗੇ, ਇਸ ਬਾਰੇ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨ ਦੇ ਲਈ ਮੈਂ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਅਣਖੀ ਜੀ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਅਣਖੀ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। बहुत बहुत शुक्रिया लखविंदर ਸਰ, ਗੱਲ ਕਰੀਏ ਆਮ ਆਦਮੀ ਪਾਰਟੀ ਦੀ, ਕਿਉਂਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਤੇ ਸੱਤਾ ਵਿੱਚ ਆਉਣ ਤੋਂ ਬਾਅਦ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਕਰਪਸ਼ਨ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਏਗਾ, ਜਿਸ ਦੇ ਤਹਿਤ ਜਿੱਥੇ ਉਹਨਾਂ ਨੇ ਆਪਣੇ ਇੱਕ ਮੰਤਰੀ ਨੂੰ ਸਲਾਖਾਂ ਪਿੱਛੇ ਸੁੱਟਿਆ, ਉੱਥੇ ਹੀ ਹੁਣ ਕਾਂਗਰਸ ਦੇ ਸਾਬਕਾ ਲੀਡਰਾਂ ਅਤੇ ਸਾਬਕਾ ਵਿਧਾਇਕਾਂ ਦੇ ਉੱਪਰ ਲਗਾਤਾਰ ਸਕੰਜਾ ਕੱਸਦਾ ਹੋਇਆ ਨਜ਼ਰ ਆ ਰਿਹਾ ਹੈ। ਸਾਧੂ ਸਿੰਘ ਧਰਮਸੋਤ ਦੀ ਗੱਲ ਕਰੀਏ, ਸੰਗਤ ਸਿੰਘ ਗਿਲਜੀਆ ਦੀ ਗੱਲ ਕਰੀਏ, ਜਾਂ ਫਿਰ ਭਾਰਤ ਭੂਸ਼ਣ ਆਸ਼ੂ ਦੀ ਗੱਲ ਕਰੀਏ। ਭਾਵੇਂ ਕਿ ਭਾਰਤ ਭੂਸ਼ਣ ਆਸ਼ੂ ਕੱਲ ਕੋਰਟ ਦੀ ਸ਼ਰਨ ਦੇ ਵਿੱਚ ਚਲੇ ਗਏ ਸੀ, ਅੱਜ ਉਹਨਾਂ ਦੀ ਹੋ ਸਕਦਾ ਸੁਣਵਾਈ ਉੱਤੇ ਹੋਵੇ ਵੀ ਕਿ ਉਹਨਾਂ ਨੂੰ ਰਿਲੈਕਸੇਸ਼ਨ ਮਿਲੇਗੀ ਜਾਂ ਫਿਰ ਨਹੀਂ। ਲੇਕਿਨ ਹੁਣ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ, ਜੋ ਸੂਤਰਾਂ ਤੋਂ ਪਤਾ ਲੱਗਿਆ ਵੀ ਐਫਸੀਆਈ ਦੇ ਵਿੱਚ ਵੱਡੇ ਵੱਡੇ ਪੱਧਰ ਤੇ ਘੁਟਾਲੇ ਹੋਏ ਨੇ ਕਾਂਗਰਸ ਸਰਕਾਰ ਦੇ ਵਿੱਚ। ਸੋ ਉਹਨਾਂ ਘੁਟਾਲਿਆਂ ਨੂੰ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ। ਵਿਜੀਲੈਂਸ ਦੇ ਰਡਾਰ ਦੇ ਉੱਪਰ ਤਕਰੀਬਨ ਜੇ ਆਪਾਂ ਕਹਿ ਦਈਏ 2 ਦਰਜਨਾਂ ਤੋਂ ਵੱਧ ਵਿਧਾਇਕ ਨੇ ਜਿਹੜੇ ਇਸ ਪੂਰੇ ਮਾਮਲੇ ਦੇ ਵਿੱਚ ਸੰਮਿਲਿਤ ਸੀਗੇ, ਜਿਨ੍ਹਾਂ ਦੀ ਭੂਮਿਕਾ ਸਾਹਮਣੇ ਆ ਰਹੀ ਹੈ। ਕਿਵੇਂ ਦੇਖ ਰਹੇ ਹੋ? ਇਹ ਬਹੁਤ ਵੱਡਾ ਝਟਕਾ ਹੋ ਸਕਦਾ, ਕਿਉਂਕਿ 2 ਦਰਜਨ ਤਾਂ ਕਹੀਏ ਤਕਰੀਬਨ ਪੂਰੀ ਕਾਂਗਰਸ ਵਿਜੀਲੈਂਸ ਦੇ ਰਡਾਰ ਦੇ ਉੱਪਰ ਹੈ। ਕਿਸ ਤਰ੍ਹਾਂ ਦੇ ਦੇਖ ਰਹੇ ਹੋ ਵਿਜੀਲੈਂਸ ਦੇ ਹੱਥੋਂ ਕਾਂਗਰਸ ਦੇ ਰਡਾਰ ਤੇ ਨੇ, ਕਾਂਗਰਸ ਦੇ ਹਾਲਾਤ ਕਿਸ ਤਰ੍ਹਾਂ ਦੇ ਬਣਦੇ ਨਜ਼ਰ ਆ ਰਹੇ ਨੇ? ਲਖਵਿੰਦਰ ਜੀ, ਆਮ ਆਦਮੀ ਪਾਰਟੀ ਵੱਲੋਂ ਜਦੋਂ ਦੀ ਸਰਕਾਰ ਬਣੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਵਿਜੀਲੈਂਸ ਵਿਭਾਗ ਆ ਉਸ ਨੂੰ ਤਗੜਾ ਕੀਤਾ ਜਾ ਰਿਹਾ। ਜਿਹੜਾ ਵਿਜੀਲੈਂਸ ਵਿਭਾਗ ਦੇ ਏਡੀਜੀਪੀ ਵਰਿੰਦਰ ਕੁਮਾਰ ਨੇ ਬੜੇ ਤੇਜ਼ ਤਰਾਰ ਉਹ ਬੰਦੇ ਨੇ, ਔਰ ਉਹਦੇ ਨਾਲ ਹੀ ਨਾਲ ਕਈ ਉਹਦੇ ਜਿਹੜੇ ਖਾਲੀ ਸਨ ਉਹਨਾਂ ਦੇ ਉੱਤੇ ਵੀ ਵੱਡੇ ਅਫਸਰ ਜਿਹੜੇ ਤਾਇਨਾਤ ਜਿਹੜੇ ਉਹ ਕਰ ਦਿੱਤੇ ਗਏ ਆ। ਵਿਜੀਲੈਂਸ ਵਿਭਾਗ ਦੇ ਵਿੱਚ ਨਵੀਂ ਭਰਤੀ ਅਫਸਰਾਂ ਦੀ ਤੇ ਉਹਨਾਂ ਵੱਲੋਂ ਜਿਹੜੇ ਪੁਰਾਣੇ ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਵਿਧਾਇਕ ਉਹਨਾਂ ਵੱਲੋਂ ਜਿਹੜੀ ਜਾਂਚ, ਉਹਨਾਂ ਦੀ ਜਾਂਚ ਜਿਹੜੀ ਆ ਇਹ ਹੋਣੀ ਸ਼ੁਰੂ ਨਹੀਂ ਹੋਈ। ਜੋ ਸੂਤਰ ਕਹਿੰਦੇ ਨੇ 16 ਮਾਰਚ ਤੋਂ ਬਾਅਦ ਤੁਰੰਤ ਬਾਅਦ ਹੀ ਉਹਨਾਂ ਨੂੰ ਜਿਹੜੀ ਜਾਂਚ ਕਰਾਉਣੀ ਵਿਜੀਲੈਂਸ ਵਿਭਾਗ ਨੂੰ ਗੁਪਤ ਤੌਰ ਤੇ ਨਿਰਦੇਸ਼ ਜਿਹੜੇ ਜਾਰੀ ਕਰ ਦਿੱਤੇ ਗਏ ਸਨ, ਤੇ ਇਹ ਕੰਮ 16 ਮਾਰਚ ਤੋਂ ਹੀ ਸ਼ੁਰੂ ਹੋ ਗਿਆ ਸੀ। ਇਹਨਾਂ ਮੰਤਰੀਆਂ ਦੀਆਂ ਸਾਬਕਾ ਮੰਤਰੀਆਂ ਸਾਬਕਾ ਵਿਧਾਇਕਾਂ ਦੀ ਜਾਇਦਾਦਾਂ ਦੀ ਜਾਂ ਉਹਨਾਂ ਦੇ ਕੰਮਕਾਜ ਦੀ ਜਾਂਚ ਕਰ। ਸੋ ਉਹ ਜਾਂਚ ਜਿਹੜੀ ਆ ਹੁਣ ਹੌਲੀ ਮੰਤਰੀਆਂ ਦੇ ਸਾਬਕਾ ਮੰਤਰੀਆਂ ਦੇ ਦੁਆਲੇ ਪਹੁੰਚਣੀ ਜਿਹੜੀ ਆ ਸ਼ੁਰੂ ਹੋ ਗਈ ਹੈ। ਤੇ ਖਾਸ ਤੌਰ ਤੇ ਭਾਰਤ ਭੂਸ਼ਣ ਆਸ਼ੂ ਦੀ ਜੇਕਰ ਗੱਲ ਕਰੀਏ, ਇਹ ਫੂਡ ਕਾਰ ਜਿਹੜਾ ਹੈਗਾ ਸੀ ਇਹਨਾਂ ਕੋਲ ਮਹਿਕਮਾ ਸੀ, ਤਾਂ ਉਸ ਮਹਿਕਮੇ ਦੇ ਸੰਬੰਧਤ ਜਿਹੜਾ 2000 ਕਰੋੜ ਦਾ ਜਿਹੜਾ ਘਪਲੇ ਦੀ ਗੱਲ ਜਿਹੜੀ ਸਾਹਮਣੇ ਆਈ ਆ, ਔਰ ਉਹਦੇ ਨਾਲ ਹੀ ਨਾਲ ਜਾਂਚ ਦੇ ਵਿੱਚ 2 ਦਰਜਨ ਦੇ ਕਰੀਬ ਜਿਹੜੇ ਸਾਬਕਾ ਵਿਧਾਇਕ ਨੇ ਕਾਂਗਰਸ ਦੇ, ਉਹਨਾਂ ਨੇ ਵੀ ਫੂਡ ਮਹਿਕਮੇ ਤੋਂ ਜਿਹੜਾ ਬੈਨੀਫਿਟ ਜਿਹੜਾ ਲਿਆ ਆ, ਵਰਦੀ ਗੰਗਾ ਛਕਣੀ ਖਰਚ ਹੋ ਗਈ।
ਇਹ ਸਾਰਾ ਇੱਕ ਅਜਿਹਾ ਸਕੈਂਡਲ ਆ ਜਿਹਦੇ ਉੱਤੇ ਵਿਜੀਲੈਂਸ ਵਿਭਾਗ ਬੀਤੀ 16 ਮਾਰਚ ਤੋਂ ਹੀ ਜਾਂਚ ਜਿਹੜੀ ਕਰਦਾ ਪਿਆ ਸੀ ਤੇ ਹੌਲੀ ਹੌਲੀ ਉਹਦਾ ਸਕੰਜਾ ਹੁਣ ਜਿਹੜਾ ਉਹ ਕੱਸਣਾ ਸ਼ੁਰੂ ਹੋ ਗਿਆ ਜੀ। ਤੇ ਇਸੇ ਹੀ ਡਰ ਕਾਰਨ ਕੱਲ ਭਾਰਤ ਭੂਸ਼ਣ ਆਸ਼ੂ ਨੇ ਹਾਈ ਕੋਰਟ ਦੀ ਸ਼ਰਨ ਲਈ ਤੇ ਉੱਥੇ ਜਾ ਕੇ ਇਹ ਨੋਟਿਸ ਦੀ ਮੰਗ ਕੀਤੀ ਕਿ ਮੈਨੂੰ ਜੇ ਪੁਲਿਸ ਨੇ ਗ੍ਰਿਫਤਾਰ ਕਰਨਾ ਤੇ 7 ਦਿਨਾਂ ਦਾ ਨੋਟਿਸ ਜਿਹੜਾ ਉਹ ਜਾਰੀ ਕੀਤਾ ਜਾਵੇ, ਪਹਿਲਾਂ ਦੱਸਿਆ ਜਾਵੇ। ਤੁਸੀਂ ਇਹ ਹਿਸਾਬ ਲਾ ਲਓ ਕਿ ਗ੍ਰਿਫਤਾਰੀ ਦਾ ਡਰ ਜਿਹੜਾ ਭਾਰਤ ਭੂਸ਼ਣ ਆਸ਼ੂ ਨੂੰ ਵੀ ਸਤਾਉਣ ਲੱਗ ਪਿਆ, ਉਸ ਨੂੰ ਵੀ ਲੱਗਦਾ ਕਿ ਕਿਸੇ ਵਕਤ ਵੀ ਸਕੰਜਾ ਕੱਸਿਆ ਜਾ ਸਕਦਾ। ਇਹ ਉਹੀ ਭਾਰਤ ਭੂਸ਼ਣ ਆ ਜਿਹੜਾ ਹੁਣ ਹਾਈ ਕੋਰਟ ਦੀ ਸ਼ਰਨ ਚ ਗਿਆ। ਪਰ ਕਿਸੇ ਸਮੇਂ ਤੁਹਾਨੂੰ ਯਾਦ ਹੋਏਗਾ ਕਿ ਇੱਕ ਵੀਡੀਓ ਦਾ ਵੀਡੀਓ ਵਾਇਰਲ ਹੋਇਆ ਸੀ ਜਿਹਦੇ ਵਿੱਚ ਜਾ ਕੇ ਇਹਨੇ ਇੰਨੀ ਗੱਲ ਕਲੀਅਰ ਕਹੀ ਸੀ ਕਿ ਜਾ ਕੇ ਹਾਈ ਕੋਰਟ ਨੂੰ ਕਹਦੇ ਕਿ ਮੰਤਰੀ ਸੜਕ ਨਹੀਂ ਕੱਢਣ ਦਿੰਦਾ। ਇਹ ਉਹ ਭਾਰਤ ਭੂਸ਼ਣ ਆਸ਼ੂ ਆ ਕਿ ਜਿਹੜਾ ਕਦੀ ਸੱਤਾ ਦੇ ਨਸ਼ੇ ਦੇ ਵਿੱਚ ਮਾਨਯੋਗ ਹਾਈ ਕੋਰਟ ਦੀ ਵੀ ਪ੍ਰਵਾਹ ਜਿਹੜਾ ਨਹੀਂ ਸੀ ਕਰਦਾ, ਮਤਲਬ ਏਡਾ ਚੰਬੜਿਆ ਹੋਇਆ ਸੀ ਕਹਿ ਸਕਦੇ ਹਾਂ ਕਿ ਮੰਤਰੀ ਸੀ। ਤੇ ਹੁਣ ਜਿਹੜੇ ਕੀਤੇ ਘਪਲੇ ਨੇ ਜਿਨ੍ਹਾਂ ਦਾ ਇਹ ਬੋਝ ਕਹਿ ਰਿਹਾ ਕਿ ਡੀਸੀ ਦੇ ਉੱਤੇ ਨਿਰਭਰਾ ਮੇਰਾ ਕੋਈ ਦੋਸ਼ ਨਹੀਂ, ਹੁਣ ਉਹਨਾਂ ਅਫਸਰਾਂ ਦੇ ਉੱਤੇ ਇਹ ਜ਼ਿੰਮੇਵਾਰੀ ਸੁੱਟਣ ਲੱਗਾ ਕਿ ਆਪਣੀ ਗ੍ਰਿਫਤਾਰੀ ਤੋਂ ਬਚਣ ਵਾਸਤੇ ਹਾਈ ਕੋਰਟ ਦਾ ਇਸਨੇ ਰੁਖ ਕੀਤਾ। ਖੈਰ ਹਰ ਬੰਦੇ ਨੂੰ ਆਪਣੀ ਕਾਨੂੰਨੀ ਲੜਾਈ ਲੜਨ ਦਾ ਅਧਿਕਾਰ ਆ, ਭਾਵੇਂ ਉਹ ਦੋਸ਼ੀ ਆ ਜਾਂ ਨਹੀਂ ਦੋਸ਼ੀ। ਪਰ ਇਹੋ ਜਿਹੇ ਬੰਦੇ ਦਾ ਜਿਹੜਾ ਵਿਅਕਤੀਤਵ ਆ ਉਹ ਸਾਹਮਣੇ ਆ ਗਿਆ, ਇਹ ਤਾਂ ਹੁਣ ਸਕੰਜੇ 'ਚ ਹੈ ਹੀ ਹੈ। ਵੇਖਣ ਵਾਲੀ ਗੱਲ ਹੋਏਗੀ ਕਿ ਉਹ 2 ਦਰਜਨ ਦੇ ਕਰੀਬ ਸਾਬਕਾ ਵਿਧਾਇਕ ਕਿਹੜੇ ਨੇ ਜਿਨ੍ਹਾਂ ਨੇ ਵਰਦੀ ਗੰਗਾ 'ਚ ਹੱਥ ਧੋਤੇ ਆ। ਫਿਕਰ ਸਾਰਿਆਂ ਨੂੰ ਪਿਆ, ਕਿਉਂਕਿ ਜੇਕਰ ਮੰਤਰੀ ਆਪਣਾ ਹੋਵੇ ਤਾਂ ਮੰਤਰੀ ਨੇ ਫਿਰ ਆਪਣੀ ਪਾਰਟੀ ਦੇ ਵਿਧਾਇਕਾਂ ਨੂੰ ਕੋਈ ਨਾ ਕੋਈ ਲਾਭ ਤਾਂ ਦੇਣਾ ਹੀ ਹੁੰਦਾ। ਤਾਂ ਉਹੀ ਭਾਰਤ ਭੂਸ਼ਣ ਆਸ਼ੂ ਨੇ ਕੀਤਾ। ਹੁਣ ਭਾਰਤ ਭੂਸ਼ਣ ਆਸ਼ੂ ਤਾਂ ਇਸ ਕੰਜੇ 'ਚ ਫਸਿਆ ਹੀ ਫਸਿਆ, ਪਰ ਉਹ 2 ਦਰਜਨ ਦੇ ਕਰੀਬ ਸਾਬਕਾ ਵਿਧਾਇਕਾਂ ਦੀਆਂ ਫਾਈਲਾਂ ਵੀ ਵਿਜੀਲੈਂਸ ਵਿਭਾਗ ਨੇ ਖੋਲ ਦਿੱਤੀਆਂ ਨੇ। ਤਾਂ ਉਹਨਾਂ ਦੀ ਜਾਂਚ ਜਿਹੜੀ ਆ ਚੱਲ ਰਹੀ ਆ। ਆਉਂਦਿਆਂ ਕੁਝ ਦਿਨਾਂ ਦੇ ਵਿੱਚ ਵੱਡੇ ਧਮਾਕੇ ਜਿਹੜੇ ਕੀਤੇ ਜਾ ਸਕਦੇ ਆ। ਸੋ ਆਪਾਂ ਕਹਿ ਸਕਦੇ ਵੀ ਤਕਰੀਬਨ ਪੂਰੀ ਕਾਂਗਰਸ ਹੀ ਹੁਣ ਤਾਂ ਵਿਜੀਲੈਂਸ ਦੇ ਰਡਾਰ ਦੇ ਉੱਪਰ ਹੈ, ਕਿਉਂਕਿ ਜੇਕਰ ਇੱਕ ਮੰਤਰੀ ਤੋਂ ਬਾਅਦ 24 ਵਿਧਾਇਕਾਂ ਦਾ ਨੰਬਰ ਲੱਗ ਸਕਦਾ ਹੈ, ਤਾਂ ਜਦੋਂ 24 ਵਿਧਾਇਕਾਂ ਦੀ ਕੁੰਡਲੀ ਫਰੋਲੀ ਜਾਏਗੀ ਤਾਂ ਹੋਰ ਵੀ ਬੜੇ ਖੁਲਾਸੇ ਸਾਹਮਣੇ ਆ ਸਕਦੇ ਨੇ। ਪੂਰੀ ਕਾਂਗਰਸ ਰਡਾਰ ਤੇ ਕਹਿ ਸਕਦੇ ਫਿਰ ਵਿਜੀਲੈਂਸ ਦੇ। ਬਿਲਕੁਲ ਜੀ, ਕਾਂਗਰਸ ਤਾਂ ਪੂਰੀ ਦੀ ਪੂਰੀ ਰਡਾਰ ਤੇ ਹੈ ਹੀ ਆ, ਇਹਦੇ 'ਚ ਤਾਂ ਕੋਈ ਸ਼ੱਕ ਹੈ ਹੀ ਨਹੀਂ। ਲਖਵਿੰਦਰ ਜੀ, ਇੱਕ ਗੱਲ ਅਸੀਂ ਹੋਰ ਜ਼ਰੂਰ ਕਰ ਦਈਏ ਕਿ ਜਿਹੜੀ ਮੋਡਸ ਆਪੈਂਡੀ ਜਿਹੜੀ ਆ ਕੰਮ ਕਰਨ ਦਾ ਜਿਹੜਾ ਤਰੀਕਾ ਆਮ ਆਦਮੀ ਪਾਰਟੀ ਦਾ ਬੜਾ ਅਨੋਖਾ ਜਿਹਾ ਤਰੀਕਾ ਆ। ਜਿਸ ਤਰ੍ਹਾਂ ਪੰਜਾਬੀ 'ਚ ਕਹਿੰਦੇ ਆ ਕਹੀਂ ਪੇ ਨਿਗਾਹੇ ਕਹੀਂ ਪੇ ਨਿਸ਼ਾਨਾ। ਚਰਚਾ ਦੇ ਵਿੱਚ ਕੋਈ ਹੋਰ ਹੁੰਦਾ, ਨਾਮ ਦੀਆਂ ਚਰਚਾਵਾਂ ਕੁਝ ਹੋਰ ਹੁੰਦੀਆਂ ਨੇ, ਕਾਰਵਾਈ ਕਿਸੇ ਦੂਜੇ ਤੇ ਹੋ ਰਹੀ ਹੁੰਦੀ ਆ। ਤਾਂ ਉਸ ਬੰਦੇ ਨੂੰ ਪਤਾ ਨਹੀਂ ਲੱਗਦਾ। ਪਤਾ ਉਦੋਂ ਹੀ ਲੱਗਦਾ ਜਦੋਂ ਪੁਲਿਸ ਦੀ ਟੀਮ ਰਾਤ ਨੂੰ ਜਾ ਕੇ ਸੁੱਤੇ ਪਏ ਨੂੰ ਕਹਿੰਦੀ ਕਿ ਭਾਈ ਸਾਹਿਬ ਆਓ ਚੱਲੀਏ, ਤੁਹਾਡੇ ਨਾਂ ਤਾਂ ਪਰਚਾ ਜਿਹੜਾ ਉਹ ਦਰਜ ਹੋ ਚੁੱਕਾ। ਇਹ ਗੱਲ ਮੈਂ ਕਰ ਰਿਹਾ ਸਾਧੂ ਸਿੰਘ ਧਰਮਸੋਤ ਦੇ ਸੰਬੰਧ ਵਿੱਚ। ਤਾਂ ਲਖਵਿੰਦਰ ਜੀ, ਤੁਹਾਨੂੰ ਪਤਾ ਹੋਵੇਗਾ ਕਿ ਸਾਧੂ ਸਿੰਘ ਧਰਮਸੋਤ ਨੂੰ ਸੁੱਤੇ ਪਿਆ ਉਹਨਾਂ ਨੇ ਚੁੱਕ ਲਿਆ। ਤਾਂ ਕਹੀਂ ਪਏ ਨਿਗਾਹੇ ਕਹੀਂ ਪਏ ਨਿਸ਼ਾਨਾ ਹੁਣ ਵੀ ਜਿਹੜੀ ਇਸ ਵੇਲੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਿਹੜੀ ਕਾਰਜਸ਼ੈਲੀ ਆ, ਬੇਸ਼ੱਕ ਚਰਚਾਵਾਂ ਦੇ ਵਿੱਚ ਨਾਮ ਜਿਹੜੇ ਕੁਝ ਹੋਰ ਨੇ। ਕਦੇ ਨਾਮ ਜਿਹੜਾ ਭਾਰਤ ਭੂਸ਼ਣ ਆਸ਼ੂ ਦਾ ਆ ਜਾਂਦਾ, ਕਦੇ ਕਿਸੇ ਦਾ ਆ ਜਾਂਦਾ, ਕਦੇ ਕਿਸੇ ਦਾ ਆ ਜਾਂਦਾ ਜੀ। ਪਰ ਜਿਹੜੀ ਕਾਰਵਾਈ ਆ ਉਹ ਕਿਸੇ ਹੋਰ ਤੇ ਹੋ ਜਾਣੀ ਜੀ, ਇਹ ਗੱਲ ਪੱਕੀ ਹੈਗੀ ਹੈ। ਤੇ ਕਾਰਵਾਈ ਅਜਿਹੇ ਬੰਦਿਆਂ ਤੇ ਹੋਵੇਗੀ ਜਿਨ੍ਹਾਂ ਬਾਰੇ ਯਕੀਨ ਵੀ ਨਹੀਂ ਕੀਤਾ ਜਾ ਸਕਦਾ ਕਿ ਇਹ ਵੀ ਬੰਦਾ ਇਸ ਘੇਰੇ ਦੇ ਵਿੱਚ ਹੋਵੇਗਾ। ਔਰ ਤੁਹਾਨੂੰ ਮੈਂ ਇਹ ਵੀ ਗੱਲ ਨਾਲ ਕਹਿ ਦੇਵਾਂ, ਜਿਸ ਤਰੀਕੇ ਨਾਲ ਰਾਤ ਦੇ ਪ੍ਰੋਗਰਾਮ 'ਚ ਅਸੀਂ ਗੱਲ ਕੀਤੀ ਸੀ ਕਿ ਵਿਜੀਲੈਂਸ ਦੇ ਜਿਹੜੇ ਸੂਤਰ ਦੱਸਦੇ ਨੇ 8 ਸਾਬਕਾ ਮੰਤਰੀ ਨੇ ਜਿਨ੍ਹਾਂ ਨੇ ਘੁਟਾਲੇ ਕੀਤੇ ਨੇ, ਰੇਤ ਬਜਰੀ ਖਾ ਗਿਆ, ਕੁਝ ਖਾ ਗਿਆ, ਕੁਝ ਖਾ ਗਿਆ, ਉਹ ਸਾਰੇ ਇਸ ਵੇਲੇ ਰਡਾਰ ਤੇ ਨੇ। ਇਹ ਜੋ ਵੀ ਕੁਝ ਹੋ ਰਿਹਾ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਰਚਾਵਾਂ ਦੇ ਵਿੱਚ ਨਾਮ ਕੋਈ ਹੋਰ ਲਿਆਂਦਾ ਜਾਂਦਾ, ਕਾਰਵਾਈ ਜਿਹੜੀ ਆ ਕਿਸੇ ਹੋਰ ਦੇ ਖਿਲਾਫ ਜਿਹੜੀ ਕਰ ਦਿੱਤੀ ਜਾਂਦੀ ਆ, ਜਿਸ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਮੇਰੇ ਖਿਲਾਫ ਵੀ ਕਾਰਵਾਈ ਹੋ ਸਕਦੀ ਆ। ਤੇ ਸੋ ਉਸੇ ਸੰਦਰਭ ਦੇ ਵਿੱਚ ਜਿਹੜਾ ਅਗਲਾ ਨਿਸ਼ਾਨਾ ਰਾਜਾ ਵੜਿੰਗ ਵੀ ਹੋ ਸਕਦਾ, ਕਿਉਂਕਿ ਉਹ ਵੀ ਉਹਨਾਂ ਦੇ ਰਡਾਰ ਤੇ ਨੇ। ਤੇ ਜਿਸ ਤਰੀਕੇ ਨਾਲ ਇਹ ਕਹਿ ਰਹੇ ਨੇ ਕਿ ਜਿਮਨੀ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਕਿਸੇ ਇੱਕ ਵੱਡੇ ਕਾਂਗਰਸ ਨੇਤਾ ਨੂੰ ਹੱਥ ਪਾਉਣਾ ਹੈ, ਤਾਂ ਉਹ ਕੋਈ ਕਾਂਗਰਸ ਨੇਤਾ ਕੋਈ ਹੋਰ ਵੀ ਜਿਹੜਾ ਹੋ ਸਕਦਾ। ਤੇ ਲਖਵਿੰਦਰ ਜੀ, ਇਹ ਵੀ ਗੱਲ ਮੈਂ ਨਾਲ ਕਰਾਂ, ਤੁਹਾਨੂੰ ਯਾਦ ਹੋਵੇਗਾ ਕਿ ਅਜੇ ਤੱਕ ਸੰਗਤ ਸਿੰਘ ਗੇਜੀਆ ਅਜੇ ਵਿਜੀਲੈਂਸ ਦੇ ਹੱਥ ਨਹੀਂ ਆਇਆ, ਲੁਕਿਆ ਫਿਰਦਾ।
ਤੇ ਇਹ ਸੇਮ ਜਿਹੜੀ ਹਾਲਾਤ ਆ ਉਸੇ ਤਰੀਕੇ ਦੇ ਹਾਲਾਤ ਨੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਸੁੱਚਾ ਸਿੰਘ ਲਗਾ ਦੇ ਸਨ। ਸੁੱਚਾ ਸਿੰਘ ਲਗਾ ਵੀ 6 ਮਹੀਨਿਆਂ ਤੱਕ ਪੁਲਿਸ ਦੇ ਕਾਬੂ ਨਹੀਂ ਸੀ ਆਇਆ। ਅਦਾਲਤ ਨੇ ਉਹਨਾਂ ਨੂੰ ਭਗੌੜਾ ਕਰਾਰ ਦੇ ਦਿੱਤਾ, ਅਕਾਲੀ ਦਲ ਉਸਦੇ ਮਗਰ ਨਹੀਂ ਸੀ ਤੁਰਿਆ। ਫਿਰ ਪੀਓ ਹੋਣ ਤੋਂ ਬਾਅਦ ਉਹ ਫੜਿਆ ਗਿਆ ਸੁੱਚਾ ਸਿੰਘ ਲਗਾ, ਫੜ ਕੇ ਪੁਲਿਸ ਨੇ ਫਿਰ ਇੰਟਰੋਗੇਟ ਕੀਤਾ ਤੇ ਇਹ ਕਿਸਮ ਦਾ ਸੁੱਚਾ ਸਿੰਘ ਦੇ ਲਗਾ ਵਾਲਾ ਜਿਹੜਾ ਕੈਰੀਅਰ ਸੀ ਉਹ ਖਤਮ ਹੋ ਗਿਆ ਸੀ। ਤੇ ਉਹੋ ਜਿਹੇ ਹਾਲਾਤ ਜਿਹੜੇ ਨੇ ਹੁਣ ਸੁਖਵਿੰਦਰ ਸਿੰਘ ਗਿਲਜੀਆ ਦੇ ਬਣਨ ਵਾਲੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਸ ਤਰ੍ਹਾਂ ਪੰਜਾਬੀ ਚ ਕਹਿੰਦੇ ਨਾ ਭਜਾ ਕੇ ਮਾਰਦਾ, ਇਹੋ ਜਿਹੀ ਜਿਹੜੀ ਸਥਿਤੀ ਆ ਉਹ ਚੱਲਦੀ ਪਈ ਆ। ਸੋ ਸਮੁੱਚੀ ਕਾਂਗਰਸ ਹੀ ਜਿਹੜੀ ਇਸ ਵੇਲੇ ਵਿਜੀਲੈਂਸ ਦੇ ਰਡਾਰ ਤੇ ਜੀ। ਬਿਲਕੁਲ ਜੀ, ਬਿਲਕੁਲ। ਸੋ ਕਾਂਗਰਸ ਦੇ ਆਪਾਂ ਕਹੀਏ ਵੀ ਲਗਾਤਾਰ ਮੁਸ਼ਕਲਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਹੁਣ ਜੇਕਰ ਜਿਮਨੀ ਚੋਣਾਂ ਦੀ ਗੱਲ ਕਰੀਏ, ਸੰਗਰੂਰ ਜਿਮਨੀ ਚੋਣ ਦੇ ਵਿੱਚ ਵੀ ਕੱਲ ਕਾਂਗਰਸ ਦੀ ਚੋਣ ਮੁਹਿੰਮ ਨੂੰ ਇੱਕ ਵੱਡਾ ਝਟਕਾ ਲੱਗਿਆ, ਕਿਉਂਕਿ ਪਰਸੋਂ ਇੱਕ ਬਿਆਨ ਆਇਆ ਸੀ ਰਾਜਾ ਵੜਿੰਗ ਜੀ ਦਾ। ਉਹ ਕਹਿ ਰਹੇ ਸੀ ਵੀ ਇਹ ਜਿਹੜੀ ਚੋਣ ਮੁਹਿੰਮ ਹੈ ਇਹ ਸਿੱਧੂ ਮੂਸੇਵਾਲੇ ਦੇ ਨਾਮ ਦੇ ਉੱਪਰ ਚੋਣ ਲੜੀ ਜਾਏਗੀ, ਸਿੱਧੂ ਮੂਸੇਵਾਲੇ ਦੇ ਨਾਮ ਤੇ ਵੋਟਾਂ ਮੰਗੀਆਂ ਜਾਣਗੀਆਂ। ਲੇਕਿਨ ਕੱਲ ਪਰਿਵਾਰ ਵੱਲੋਂ ਇੱਕ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾ ਕੇ ਅਪੀਲ ਕੀਤੀ ਗਈ ਸਾਰੀਆਂ ਹੀ ਪਾਰਟੀਆਂ ਨੂੰ ਕਿ ਕਿਰਪਾ ਕਰਕੇ ਸਿੱਧੂ ਮੂਸੇਵਾਲੇ ਦਾ ਨਾਮ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਜਾਂ ਫਿਰ ਸਿਆਸੀ ਕੰਮਾਂ ਲਈ ਨਾ ਵਰਤਿਆ ਜਾਵੇ। ਹੁਣ ਕਿਵੇਂ ਦੇਖ ਰਹੇ ਹੋ, ਕਿਉਂਕਿ ਸਿਰਫ ਔਰ ਸਿਰਫ ਕਾਂਗਰਸ ਹੀ ਸਿੱਧੂ ਮੂਸੇਵਾਲੇ ਨੂੰ ਹਾਈਲਾਈਟ ਕਰਨਾ ਚਾਹੁੰਦੀ ਸੀ, ਉਸਦੇ ਨਾਮ ਨੂੰ ਯੂਜ਼ ਕਰਨਾ ਚਾਹੁੰਦੀ ਸੀ। ਸੋ ਜਦੋਂ ਕਿ ਪਰਿਵਾਰ ਵੱਲੋਂ ਕੋਰਾ ਜਵਾਬ ਦੇ ਦਿੱਤਾ ਗਿਆ ਵੀ ਮੂਸੇਵਾਲੇ ਦਾ ਨਾਮ ਨਾ ਵਰਤਿਆ ਜਾਵੇ, ਤਾਂ ਚੋਣ ਮੁਹਿੰਮ ਨੂੰ ਕਿੱਡਾ ਵੱਡਾ ਝਟਕਾ ਦੇ ਕਹਿ ਸਕਦੇ ਹੋ ਤੁਸੀਂ, ਕਿਉਂਕਿ ਜੋ ਉਹਨਾਂ ਦਾ ਕੰਪੇਨ ਸੌਂਗ ਸੀ ਉਸ ਦੇ ਵਿੱਚ ਸਿੱਧਾ ਸਿੱਧੂ ਮੂਸੇਵਾਲਾ ਨੂੰ ਹੀ ਦਿਖਾਇਆ ਗਿਆ ਸੀ। ਕਿੰਨਾ ਵੱਡਾ ਝਟਕਾ ਚੋਣ ਮੁਹਿੰਮ ਨੂੰ ਜਿਮਨੀ ਚੋਣਾਂ ਵਿੱਚ। ਲਖਵਿੰਦਰ, ਜੇਕਰ ਅਸੀਂ ਇਹ ਪ੍ਰਸ਼ਨ ਨੂੰ ਬਾਅਦ ਚ ਲੈ ਲਈਏ ਤੇ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਵਾਲੀ ਜਿਹੜੀ ਅੱਜ ਦੀ ਤਰੀਕ ਆ ਉਹਨੂੰ ਜੇਕਰ ਪਹਿਲਾਂ ਡਿਸਕਸ ਕਰ ਲਈਏ, ਕਿਉਂਕਿ ਸਾਡੀ ਜਿਹੜੀ ਪਹਿਲੀ ਖਬਰ ਆ ਤੇ ਇਹ ਖਬਰ ਜਿਹੜੀ ਆ ਬਿਲਕੁਲ ਨਾਲ ਰਲਦੀ ਹੈ। ਸੋ ਰਾਹੁਲ ਗਾਂਧੀ ਦੀ ਜਿਹੜੀ ਅੱਜ ਦੀ ਈਡੀ ਦੀ ਪੇਸ਼ੀ ਆ ਉਹਦੇ ਸੰਬੰਧ ਵਿੱਚ ਤੁਸੀਂ ਕੋਈ ਪ੍ਰਸ਼ਨ ਜਿਹੜਾ ਉਹ ਤੁਸੀਂ ਪਹਿਲਾਂ ਕਰਕੇ ਫਿਰ ਆਪਾਂ ਅਗਲੀ ਗੱਲ ਕਰਦੇ ਹਾਂ। ਬਿਲਕੁਲ ਸਰ, ਬਿਲਕੁਲ। ਉਹ ਬਿਲਕੁਲ ਬੜੀ ਇੰਪੋਰਟੈਂਟ ਖਬਰ ਆ ਉਹ ਵੀ ਅੱਜ, ਕਿਉਂਕਿ ਕੱਲ ਈਡੀ ਦੇ ਵੱਲੋਂ ਜੋ ਪਹਿਲਾਂ ਸੰਮਣ ਦਿੱਤਾ ਗਿਆ ਸੀ, ਕੱਲ ਪੇਸ਼ ਹੋਏ ਸੀ ਤੇ ਪੂਰੇ ਦੇਸ਼ ਦੇ ਵਿੱਚ ਪ੍ਰਦਰਸ਼ਨ ਹੋਏ ਸੀਗੇ। ਈਡੀ ਦੇ ਉੱਪਰ ਦਬਾਅ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀਗੀ, ਲੇਕਿਨ ਅਸਫਲ ਰਹੇ। ਡਿਟੇਨ ਕਰ ਲਏ ਗਏ ਸਾਰੇ ਸੀਨੀਅਰ ਲੀਡਰ। ਉਸ ਤੋਂ ਬਾਅਦ ਪਹਿਲਾਂ 3 ਘੰਟੇ ਤੇ ਉਸ ਤੋਂ ਬਾਅਦ ਬ੍ਰੇਕ ਤੋਂ ਬਾਅਦ ਜੋ ਸੂਤਰਾਂ ਤੋਂ ਖਬਰ ਹੈ 10 ਘੰਟੇ ਕੱਲ ਈਡੀ ਦੇ ਵੱਲੋਂ ਪੁੱਛਗਿੱਛ ਕੀਤੀ ਗਈ ਸੀ। ਹਾਲਾਂਕਿ 3 ਘੰਟੇ ਤੋਂ ਬਾਅਦ ਰਾਹੁਲ ਗਾਂਧੀ ਦੇ ਵਕੀਲ ਇਹ ਕਹਿੰਦੇ ਨਜ਼ਰ ਆਏ ਸੀ ਵੀ ਇਸ ਪੁੱਛਗਿੱਛ ਦੇ ਵਿੱਚ ਕੁਝ ਨਹੀਂ ਨਿਕਲਿਆ, ਇਸ ਕਰਕੇ ਇਹਨਾਂ ਨੂੰ ਦੁਬਾਰਾ ਨਹੀਂ ਬੁਲਾਇਆ ਜਾਏਗਾ। ਲੇਕਿਨ ਬ੍ਰੇਕ ਤੋਂ ਬਾਅਦ ਫਿਰ ਈਡੀ ਸਾਹਮਣੇ ਪੇਸ਼ ਹੋਏ, ਲੰਮਾ ਟਾਈਮ ਪੁੱਛਗਿੱਛ ਚੱਲੀ, ਤਕਰੀਬਨ ਕੱਲ 10 ਘੰਟੇ ਪੁੱਛਗਿੱਛ ਹੋਈ ਹੈ ਤੇ ਅੱਜ ਫਿਰ ਤੋਂ ਇੱਕ ਵਾਰ ਉਹਨਾਂ ਨੂੰ ਈਡੀ ਦੇ ਸਾਹਮਣੇ ਪੇਸ਼ ਹੋਣਾ ਪਏਗਾ। ਰਾਹੁਲ ਗਾਂਧੀ ਈਡੀ ਸਾਹਮਣੇ ਪੇਸ਼ ਹੋਣਗੇ। ਸਵਾਲ ਇਹ ਹੈ ਕਿ ਕੱਲ ਸੈਟੀਸਫੈਕਸ਼ਨ ਨਹੀਂ ਹੋਈ, ਸਵਾਲਾਂ ਦੇ ਜਵਾਬ ਸਹੀ ਨਹੀਂ ਦਿੱਤੇ ਗਏ ਤੇ ਦੂਸਰਾ ਕਿ ਅੱਜ ਫਿਰ ਤੋਂ ਪ੍ਰਦਰਸ਼ਨ ਹੁੰਦੇ ਦੇਖ ਸਕਦੇ ਹੋ ਤੁਸੀਂ ਕਾਂਗਰਸ ਦੇ ਕਾਰਜਕਰਤਾ ਦੁਆਰਾ, ਕਾਂਗਰਸ ਦੇ ਲੀਡਰਾਂ ਦੁਆਰਾ। ਜੀ ਲਖਵਿੰਦਰ, ਇਹ ਸਵਾਲ ਮੈਂ ਤੁਹਾਨੂੰ ਤਾਂ ਪਹਿਲਾਂ ਲੈਣ ਕਰਕੇ ਕਿਹਾ ਕਿਉਂਕਿ ਜਦੋਂ ਪਹਿਲਾ ਸਵਾਲ ਜਦੋਂ ਅਸੀਂ ਡਿਸਕਸ ਕਰ ਰਹੇ ਸਾਂ ਜੀ ਤਾਂ ਤੁਸੀਂ ਮੈਨੂੰ ਇੱਕ ਸਵਾਲ ਗੱਲਬਾਤ ਕਹੀ ਸੀ ਕਿ ਤੁਹਾਨੂੰ ਲੱਗਦਾ ਕਿ ਸਮੁੱਚੀ ਕਾਂਗਰਸ ਹੀ ਵਿਜੀਲੈਂਸ ਦੇ ਰਡਾਰ ਤੇ ਹੈ ਜੀ। ਇਹ ਗੱਲ ਕੀਤੀ ਤਾਂ ਕਰਕੇ ਇਹ ਗੱਲ ਕੀਤੀ। ਤੇ ਲਖਵਿੰਦਰ, ਅਗਰ ਤੁਸੀਂ ਵੇਖੋ ਪੰਜਾਬ ਦੇ ਵਿੱਚ ਤੇ ਸਮੁੱਚੇ ਭਾਰਤ ਦੇ ਵਿੱਚ ਕਾਂਗਰਸ ਦੀ ਜਿਹੜੀ ਸਥਿਤੀ ਆ ਉਹ ਕਿਹੋ ਜਿਹੀ ਹੈ। ਜੇਕਰ ਪੰਜਾਬ ਦੇ ਵਿੱਚ ਸਮੁੱਚੀ ਕਾਂਗਰਸ ਵਿਜੀਲੈਂਸ ਦੇ ਰਡਾਰ ਤੇ ਆ ਤੇ ਦੂਜੇ ਪਾਸੇ ਕਾਂਗਰਸ ਦਾ ਜਿਹੜਾ ਸੁਪਰੀਮੋ ਆ ਉਹ ਈਡੀ ਦੀ ਰਡਾਰ ਤੇ ਹੈ ਤੇ ਈਡੀ ਜਿਸ ਤਰੀਕੇ ਨਾਲ ਕੱਲ ਉਹਨਾਂ ਨੂੰ ਸੱਦ ਕੇ ਪੁੱਛਗਿੱਛ ਹੋਈ ਤੇ ਜਿਸ ਤਰੀਕੇ ਨਾਲ ਅੱਜ ਦੁਬਾਰਾ ਉਹਨਾਂ ਨੂੰ ਸੱਦਿਆ ਜਾਣਾ, ਲਖਵਿੰਦਰ ਜੀ, ਇਹਦੇ ਤੋਂ ਸਾਫ਼ ਜ਼ਾਹਿਰ ਹੁੰਦਾ ਕਿ ਕਾਂਗਰਸ ਦੇ ਦਿਨ ਜਿਹੜੇ ਚਾਹੇ ਉਹ ਰਾਜ ਦੇ ਪੱਧਰ ਤੇ ਹੋਣ ਤੇ ਚਾਹੇ ਕੌਮੀ ਪੱਧਰ ਤੇ ਹੋਣ, ਦਿਨ ਜਿਹੜੇ ਨੇ ਉਹਨਾਂ ਵਾਸਤੇ ਬੜੇ ਮਾੜੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੀ ਹੋ ਸਕਦਾ। ਬੇਸ਼ੱਕ ਅਸੀਂ ਇੱਥੇ ਜਿਹੜੀ ਗੱਲ ਆ ਰਾਜੇ ਵੜਿੰਗ ਦੀ ਜਾਂ ਸੰਭਾਵਤ ਗ੍ਰਿਫਤਾਰੀ ਜਾਂ ਉਸ ਦੇ ਖਿਲਾਫ ਸੰਭਾਵਤ ਜਾਂਚ ਦੀ ਗੱਲ ਜਿਹੜੀ ਅਸੀਂ ਕਰ ਰਹੇ ਹਾਂ ਤੇ ਸ਼ਾਇਦ ਇਹ ਵੀ ਹੋ ਸਕਦਾ ਕਿ ਸ਼ਾਮ ਤੱਕ ਈਡੀ ਵੱਲੋਂ ਰਾਹੁਲ ਗਾਂਧੀ ਨੂੰ ਗ੍ਰਿਫਤਾਰ ਕਰ ਲਿਆ ਜਾਵੇ। ਇਹੋ ਜਿਹੀਆਂ ਖਬਰਾਂ ਦੀ ਸੰਭਾਵਨਾ ਵੀ ਜਿਹੜੀ ਕਾਂਗਰਸ ਦੇ ਵਿੱਚ ਜਿਹੜੀ ਬਣੀ ਹੈਗੀ ਜੀ। ਹੁਣ ਗੱਲ ਜਿਹੜੀ ਕੱਲ ਦੀ ਗੱਲ ਅਗਰ ਕਰੀਏ ਤਾਂ ਕੱਲ ਦੇ ਵਿੱਚ ਈਡੀ ਵੱਲੋਂ ਜੰਗ ਇੰਡੀਆ ਲਿਮਟਿਡ ਜਿਹੜੀ ਕੰਪਨੀ ਇਹਨਾਂ ਨੇ ਬਣਾਈ ਸੀ ਮਾਂ ਪੁੱਤਾਂ ਨੇ, ਉਹ ਜੰਗ ਇੰਡੀਆ ਲਿਮਟਿਡ ਕੰਪਨੀ ਕਾਫੀ ਗਾਂਧੀ ਪਰਿਵਾਰ ਵੱਲੋਂ ਬਣਾਈ ਗਈ ਸੀ। ਅੱਛਾ, ਉਸ ਜੰਗ ਇੰਡੀਆ ਕੰਪਨੀ ਨੇ ਜਿਹੜੀ ਨੈਸ਼ਨਲ ਹੈਰਾਲਡ ਨੂੰ
ਲੀਡ ਕਰਦੀ ਸੀ, ਉਹਦੇ ਵਿੱਚ ਇਹਨਾਂ ਨੇ ਬਹੁਤ ਕੁਝ ਕਰੋੜਾਂ ਦੇ ਹਿਸਾਬ ਦੇ ਨਾਲ ਜਿਹੜਾ ਘਪਲੇਬਾਜ਼ੀ ਜਿਹੜੀ ਉਹ ਹੋਈ ਹੈ। ਈਡੀ ਨੇ ਉਹ ਸਾਰੇ ਸਵਾਲ ਪੁੱਛੇ ਕਿ ਕਿੱਥੋਂ ਉਹ ਮਾਇਆ ਆਈ, ਕਿਹੜੀ ਜਾਇਦਾਦ ਖਰੀਦੀ, ਕਿਹੜੀ ਨਹੀਂ ਖਰੀਦੀ, ਤੇ ਰਾਹੁਲ ਗਾਂਧੀ ਉਹਨਾਂ ਦਾ ਠੀਕ ਤਰੀਕੇ ਨਾਲ ਜਵਾਬ ਜਿਹੜਾ ਉਹ ਨਹੀਂ ਦੇ ਸਕੇ। ਇਹੋ ਗੱਲ ਕਹਿੰਦੇ ਨੇ ਮੈਨੂੰ ਯਾਦ ਨਹੀਂ, ਮੈਨੂੰ ਪਤਾ ਨਹੀਂ। ਤੇ ਈਡੀ ਦੀ ਇੱਕ ਜਾਂਚ ਦਾ ਇੱਕ ਤਰੀਕਾ ਆ ਕਿ ਤੁਸੀਂ ਸਾਰਾ ਕੁਝ ਆਪ ਲਿਖ ਕੇ ਦੇਣਾ ਹੁੰਦਾ ਤਾਂ ਥੱਲੇ ਉਸ ਤੇ ਤੁਸੀਂ ਆਪਣੇ ਸਾਈਨ ਕਰਦੇ ਹੁੰਦੇ ਆ, ਤਾਂ ਜਦੋਂ ਉਹ ਤੁਹਾਡਾ ਇੱਕ ਬਿਆਨ ਹੋ ਜਾਂਦਾ ਜਿਹੜਾ ਅਦਾਲਤ ਦੇ ਵਿੱਚ ਇੱਕ ਪੁਖਤਾ ਸਬੂਤ ਜਿਹੜਾ ਮੰਨਿਆ ਜਾਂਦਾ। ਈਡੀ ਨੇ ਕੱਲ ਜਾਣ ਦਿੱਤਾ ਰਾਹੁਲ ਗਾਂਧੀ ਨੂੰ, ਪਰ ਈਡੀ ਜਿਹੜੀ ਹੀ ਉਹਨਾਂ ਦੇ ਸਵਾਲਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੈ। ਅੱਜ ਉਹਨਾਂ ਨੂੰ ਫਿਰ ਸੱਦ ਲਿਆ, ਤੇ ਜਦੋਂ ਈਡੀ ਦੁਬਾਰਾ ਤੁਹਾਨੂੰ ਕਿਸੇ ਨੂੰ ਸੱਦਦੀ ਆ, ਇਸ ਦਾ ਮਤਲਬ ਇਹ ਹੁੰਦਾ ਲਖਵਿੰਦਰ ਜੀ ਕਿ ਉਸਦੇ ਦੁਆਲੇ ਜਾਂਚ ਦਾ ਘੇਰਾ ਤੰਗ ਕੀਤਾ ਜਾ ਰਿਹਾ, ਤਾਂ ਕਿਸੇ ਸਮੇਂ ਵੀ ਕੋਈ ਵੀ ਕਾਰਵਾਈ ਜਿਹੜੀ ਆ ਉਹ ਹੋ ਸਕਦੀ। ਉਸ ਤੋਂ ਅਗਲਾ ਨੰਬਰ ਸੋਨੀਆ ਗਾਂਧੀ ਦਾ। ਹਾਲਾਂਕਿ ਇਸ ਦੀ ਸੰਭਾਵਨਾ ਨਹੀਂ ਬਣਦੀ ਕਿ ਈਡੀ ਜਿਹੜੀ ਆ ਰਾਹੁਲ ਗਾਂਧੀ ਨੂੰ ਜਾਂ ਸੋਨੀਆ ਗਾਂਧੀ ਨੂੰ ਈਡੀ ਜਲਦੀ ਗ੍ਰਿਫਤਾਰ ਕਰ ਲੇ ਜਾਂ ਹੱਥ ਪਾ, ਪਰ ਉਹਨਾਂ ਦੇ ਆਲੇ ਦੁਆਲੇ ਜਿਹੜਾ ਇੱਕ ਜਾਂਚ ਦਾ ਘੇਰਾ ਤੰਗ ਕੀਤਾ ਜਾ ਰਿਹਾ, ਇਹ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਜਿਹੜਾ ਜ਼ਰੂਰ ਕਰੂਗਾ। ਤੇ ਹੁਣ ਦੂਜੇ ਪਾਸੇ ਪ੍ਰਸ਼ਨ ਇਹ ਆ ਕਿ ਅੱਜ ਫਿਰ ਕਾਂਗਰਸ ਪਾਰਟੀ ਵਿਰੋਧ ਪ੍ਰਦਰਸ਼ਨ ਕਰੂਗੀ ਜੀ। ਬੜਾ ਮਹੱਤਵਪੂਰਨ ਪ੍ਰਸ਼ਨ ਆ। ਜੇਕਰ ਪੰਜਾਬ ਦੇ ਵਿੱਚ ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਹੁੰਦੀ ਆ, ਇਹ 60-70 ਜਿਹੜੇ ਸਾਬਕਾ ਵਿਧਾਇਕ ਨੇ, ਮੰਤਰੀ ਜਿਹੜੇ ਰਹੇ ਨੇ, ਇਹ ਮੁੱਖ ਮੰਤਰੀ ਨੂੰ ਮਿਲਣ ਚਲੇ ਜਾਂਦੇ ਨੇ, ਉੱਥੇ ਜਾ ਕੇ ਇਹ ਗੱਲ ਕਹਿੰਦੇ ਜੀ ਅਸੀਂ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਦੀ ਗੱਲ ਕਰਨ ਆਏ ਆ। ਦਿੱਲੀ ਦੇ ਵਿੱਚ ਈਡੀ ਰਾਹੁਲ ਗਾਂਧੀ ਨੂੰ ਸੱਦਦੀ ਆ, ਸਾਰੇ ਭਾਰਤ ਵਿੱਚ ਜਿਹੜੇ ਪ੍ਰਦਰਸ਼ਨ ਸ਼ੁਰੂ ਹੋ ਜਾਂਦੇ ਆ। ਕੱਲ ਤੇ ਹੋ ਗਿਆ, ਪਰ ਅੱਜ ਦੀ ਤਰੀਕ 'ਚ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਪਾਰਟੀ ਦੁਬਾਰਾ ਬਾਹਰ ਨਿਕਲੇ, ਕਿਉਂਕਿ ਇਹਦੇ ਨਾਲ ਕਾਂਗਰਸ ਪਾਰਟੀ ਬੈਕਫੁੱਟ ਤੇ ਜਾ ਰਹੀ ਆ। ਲੋਕਾਂ ਦੇ ਵਿੱਚ ਇਹ ਚਰਚਾ ਵੀ ਕਿ ਜੇਕਰ ਰਾਹੁਲ ਗਾਂਧੀ ਨੇ ਕੁਝ ਕੀਤਾ ਨਹੀਂ, ਇਹ ਫਿਰ ਹੱਲਾ ਬੋਲ ਰੈਲੀ ਕਾਹਦੀ? ਹੱਲਾ ਤੇ ਮੋਦੀ ਸਰਕਾਰ ਨੇ ਇਹਨਾਂ ਤੇ ਬੋਲਿਆ, ਇਹ ਤਾਂ ਆਪਣਾ ਬਚਾਅ ਕਰ ਰਹੇ ਆ। ਕਾਂਗਰਸ ਪਾਰਟੀ ਜਿਹੜਾ ਹੱਲਾ ਬੋਲ ਕੱਲ ਇਹਨਾਂ ਨੇ ਜਿਹੜਾ ਨਾਮ ਦਿੱਤਾ ਸੀ, ਹੱਲਾ ਇਹਨਾਂ ਨੇ ਕਾਹਦਾ ਬੋਲਣਾ? ਇਹਨਾਂ ਦੇ ਤਾਂ ਬਚਾਅ ਕਰਨਾ। ਹੱਲਾ ਦੇ ਉੱਤੇ ਇਹਨਾਂ ਦੇ ਉੱਤੇ ਜਿਹੜਾ ਹੈ ਭਾਜਪਾ ਦੀ ਸਰਕਾਰ ਨੇ ਜਿਹੜਾ ਉਹ ਬੋਲਿਆ। ਸੋ ਮੇਰਾ ਨਹੀਂ ਖਿਆਲ ਅੱਜ ਦੀ ਤਰੀਕ ਦੇ ਵਿੱਚ ਕਾਂਗਰਸ ਪਾਰਟੀ ਕੋਈ ਅਜਿਹਾ ਵਿਰੋਧ ਪ੍ਰਦਰਸ਼ਨ ਕਰੇ, ਕਿਉਂਕਿ ਕੱਲ ਦੇ ਵਿਰੋਧ ਪ੍ਰਦਰਸ਼ਨ ਦੇ ਨਾਲ ਕਾਂਗਰਸ ਪਾਰਟੀ ਜਿਹੜੀ ਆ ਉਹ ਬੈਕਫੁੱਟ ਤੇ ਜਾਂਦੀ ਮਹਿਸੂਸ ਹੋਏਗੀ। ਜੀ ਬਿਲਕੁਲ ਬਿਲਕੁਲ ਸਰ, ਇੱਥੇ ਬੈਕਫੁੱਟ ਤੇ ਦੂਸਰੇ ਪਾਸੇ ਹੁਣ ਮੈਂ ਤੁਹਾਨੂੰ ਸਵਾਲ ਕੀਤਾ ਸੀ ਜਿਮਨੀ ਚੋਣ ਦਾ, ਕਿ ਉੱਥੇ ਵੀ ਕਾਂਗਰਸ ਬੈਕਫੁੱਟ ਤੇ ਜਾਂਦੀ ਹੋਈ ਨਜ਼ਰ ਆ ਰਹੀ ਹੈ, ਕਿਉਂਕਿ ਜਿਸ ਤਰੀਕੇ ਨਾਲ ਕੱਲ ਮੂਸੇਵਾਲੇ ਦੇ ਪਰਿਵਾਰ ਵੱਲੋਂ ਅਪੀਲ ਕੀਤੀ ਹੈ ਕਿ ਮੂਸੇਵਾਲੇ ਦਾ ਨਾਮ ਸਿਆਸੀ ਕੰਮਾਂ ਦੇ ਵਿੱਚ ਨਾ ਵਰਤਿਆ ਜਾਵੇ, ਤੇ ਦੂਸਰੇ ਪਾਸੇ ਜਿਵੇਂ ਰਾਜਾ ਵੜਿੰਗ ਦਾ ਬਿਆਨ ਸੀ, ਉਹ ਸਿਰਫ ਔਰ ਸਿਰਫ ਮੂਸੇਵਾਲਾ ਜੀ ਨੂੰ ਪ੍ਰਮੋਟ ਕਰਕੇ ਹੀ ਚੋਣਾਂ ਜਿੱਤਣ ਦੀ ਤਿਆਰੀ ਵਿੱਚ ਸੀ। ਕਿਵੇਂ ਦੇਖ ਰਹੇ ਹੋ, ਉੱਥੇ ਵੀ ਬੈਕਫੁੱਟ ਤੇ ਨੇ? ਕਿੱਡਾ ਵੱਡਾ ਝਟਕਾ ਕਾਂਗਰਸ ਦੇ ਲਈ? ਦੇਖੋ ਲਖਵਿੰਦਰ ਜੀ, ਇਹ ਬੜਾ ਵੱਡਾ ਝਟਕੇ ਤੇ ਝਟਕਾ ਕਾਂਗਰਸ ਨੂੰ ਲੱਗਦਾ ਪਿਆ। ਪੰਜਾਬ ਦੇ ਵਿੱਚ ਝਟਕਾ ਲੱਗ ਗਿਆ, ਕੌਮੀ ਪੱਧਰ ਤੇ ਝਟਕਾ ਲੱਗ ਗਿਆ, ਤੇ ਹੁਣ ਝਟਕਾ ਲੱਗਾ ਜਿਮਨੀ ਚੋਣ ਦੇ ਵਿੱਚ। ਹੁਣ ਜਿਸ ਤਰੀਕੇ ਦਾ ਸੌਂਗ ਜਿਹੜਾ ਰਿਲੀਜ਼ ਕੀਤਾ, ਔਰ ਉਹਦੇ ਵਿੱਚ ਸਿੱਧੂ ਮੂਸੇਵਾਲ ਦੀ ਫੋਟੋ ਜਿਹੜੀ ਆ, ਉਸ ਵਿਚਾਰੇ ਦੀ ਮ੍ਰਿਤਕ ਦੇਹ ਦੀ ਫੋਟੋ ਜਿਹੜੀ ਪਾਈ ਗਈ, ਤੇ ਇਹ ਗੱਲ ਯਾਦ ਹੋਣੀ ਚਾਹੀਦੀ ਆ ਆਪਣੇ ਲਖਵਿੰਦਰ ਜੀ, ਜਿਸ ਦਿਨ ਸਿੱਧੂ ਮੂਸੇਵਾਲੇ ਦਾ ਭੋਗ ਸੀ, ਤਾਂ ਉਸ ਦਿਨ ਉਹਦੇ ਬਾਪ ਨੇ ਸਟੇਜ ਦੇ ਉੱਤੋਂ ਭਾਵਕ ਤਕਰੀਰ ਕਰਦਾ ਇੰਨੀ ਗੱਲ ਰਾਜੇ ਵੜਿੰਗ ਨੂੰ ਵੀ ਕਲੀਨ ਚਿੱਟ ਦਿੱਤੀ ਸੀ ਕਿ ਰਾਜੇ ਵੜਿੰਗ ਦਾ ਕੋਈ ਫੈਸਲਾ ਨਹੀਂ ਸੀ, ਰਾਜਾ ਵੜਿੰਗ ਸਾਡੀ ਫੈਮਿਲੀ ਦਾ ਮੈਂਬਰ ਆ। ਤੇ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਸਾਡੇ ਪੁੱਤ ਦੇ ਨਾਂ ਤੇ ਕੋਈ ਰਾਜਨੀਤੀ ਨਾ ਕੀਤੀ ਜਾਵੇ। ਉਹ ਵਿਅਕਤੀ ਜਿਹੜਾ ਸਟੇਜ ਤੋਂ ਰਾਜਾ ਵੜਿੰਗ ਨੂੰ ਇੱਕ ਕਿਸਮ ਦੀ ਕਲੀਨ ਚਿੱਟ ਦੇ ਰਿਹਾ ਕਿ ਇਹਦਾ ਕੋਈ ਦੋਸ਼ ਨਹੀਂ ਸੀ ਸਿੱਧੂ ਮੂਸੇਵਾਲ ਦਾ ਰਾਜਨੀਤੀ ਵਿੱਚ ਪ੍ਰਵੇਸ਼ ਕਰਾਉਣ ਦੇ ਵਿੱਚ, ਤੇ ਉਹੀ ਰਾਜਾ ਵੜਿੰਗ ਚੋਣ ਜਿੱਤਣ ਵਾਸਤੇ ਉਸ ਗਾਣੇ ਦੇ ਵਿੱਚ, ਕਿਉਂਕਿ ਜ਼ਿੰਮੇਵਾਰੀ ਪ੍ਰਧਾਨ ਦੀ ਹੈ, ਉਸ ਗਾਣੇ ਦੇ ਵਿੱਚ ਸਿੱਧੂ ਮੂਸੇਵਾਲ ਦਾ ਨਾਮ ਜਿਹੜਾ ਵਰਤਦਾ ਪਿਆ, ਤੇ ਫਿਰ ਅਖੀਰ ਉਸਦੇ ਪਰਿਵਾਰ ਨੂੰ ਇਹ ਕਹਿਣਾ ਪਿਆ ਕਿ ਕੋਈ ਵੀ ਪਾਰਟੀ ਉਸਦੇ ਪੁੱਤ ਦਾ ਨਾਮ ਇਹਨਾਂ ਜਿਮਨੀ ਚੋਣਾਂ ਕਰਕੇ ਨਾ ਵਰਤੇ, ਚਾਹੇ ਉਹ ਸਿਮਰਜੀਤ ਸਿੰਘ ਮਾਨ ਹੋਣ ਤੇ ਚਾਹੇ ਕਾਂਗਰਸ ਪਾਰਟੀ ਹੋਵੇ। ਸਿਮਰਜੀਤ ਸਿੰਘ ਮਾਨ ਨੇ ਤਾਂ ਨਾਲ ਹੀ ਸਟੇਟਮੈਂਟ ਇਹ ਵੀ ਦੇ ਦਿੱਤੀ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਫੋਟੋ ਆ ਸਾਡੇ ਦਿਲਾਂ 'ਚ ਵਸਦੀ ਹੈ। ਚਲੋ ਉਹਨੇ ਇਸ ਤਰੀਕੇ ਨਾਲ ਜੋ ਕਹਿਣਾ ਸੀ ਕਹਿ ਦਿੱਤਾ, ਪਰ ਇਸ ਸਭ ਦੇ ਨਾਲ ਕਾਂਗਰਸ ਪਾਰਟੀ ਜ਼ਰੂਰ ਬੈਕਫੁੱਟ ਤੇ ਗਈ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕਿਉਂਕਿ ਉਸ ਪਰਿਵਾਰ ਨੇ, ਜਿਸ ਪਰਿਵਾਰ ਦੇ ਸਿਰ ਤੇ ਜਾਂ ਜਿਹੜੀ ਇੱਕ ਹਮਦਰਦੀ ਦੀ ਵੋਟ ਇਹਨਾਂ ਨੇ ਲੈਣੀ ਸੀ, ਕਾਂਗਰਸ ਪਾਰਟੀ ਜੋ ਸੋਚ ਰਹੀ ਸੀ, ਉਹਦੇ ਨਾਲ ਕਾਂਗਰਸ ਪਾਰਟੀ ਦਾ ਆਹ ਪਰਿਵਾਰ ਦਾ ਸਾਹਮਣੇ ਆ ਕੇ ਇਹ ਗੱਲ ਕਹਿਣੀ, ਕਾਂਗਰਸ ਪਾਰਟੀ ਦੀ ਉਸ ਅਸੀਂ ਕਹਿ ਸਕਦੇ ਹਾਂ ਮਨਸ਼ਾ ਨੂੰ, ਉਸ ਗੰਦੀ ਰਾਜਨੀਤੀ ਨੂੰ ਸਾਹਮਣੇ ਦਰਸਾਉਂਦੀ ਆ ਕਿ ਕਿਸ ਤਰੀਕੇ ਦੇ ਨਾਲ ਰਾਸੀ ਲਾਹਾ ਲੈਣ ਵਾਸਤੇ
ਕਾਂਗਰਸ ਦੀ ਆ ਜਿਹੜੀ ਪਾਰਟੀ ਆ ਇਹ ਲਾਸ਼ਾਂ ਦਾ ਵੀ ਸੌਦਾ ਜਿਹੜਾ ਕਰ ਸਕਦੀ ਆ, ਜਿਹਦੇ ਉੱਤੋਂ ਘੱਟ ਤੋਂ ਘੱਟ ਸ਼ਰਮ ਜਿਹੜੀ ਜ਼ਰੂਰ ਕਰਨੀ ਚਾਹੀਦੀ ਆ। ਲਾਹਨਤ ਹੈ ਕਾਂਗਰਸ ਪਾਰਟੀ ਦੇ ਇਹੋ ਜਿਹੇ, ਜੇਕਰ ਅਜੇ ਉਸ ਬੰਦੇ ਦਾ ਜਿਹਦਾ ਸਿਵਾ ਵੀ ਠੰਡਾ ਨਹੀਂ ਹੋਇਆ ਤੇ ਤੁਸੀਂ ਉਸ ਦਾ ਨਾਮ ਆਪਣੀ ਵੋਟਾਂ ਦੀ ਰਾਜਨੀਤੀ ਵਾਸਤੇ ਵਰਤਦੇ ਪਏ ਜੇ। ਕੱਲ ਨੂੰ ਉਹ ਕਾਂਗਰਸ ਪਾਰਟੀ ਹਾਰਦੀ ਆ ਜਿੱਤਦੀ ਆ, ਇਹ ਇੱਕ ਵੱਖਰਾ ਇਸ਼ੂ ਆ। ਜੇਕਰ ਉਸ ਦਾ ਨਾਮ ਰਾਜਨੀਤਿਕ ਪਾਰਟੀਆਂ ਆਪਣੇ ਮੁਫਾਦ ਵਾਸਤੇ ਵਰਤਦੀਆਂ ਨੇ ਤੇ ਉਹ ਪਾਰਟੀ ਹਾਰ ਜਾਂਦੀ ਆ, ਤਾਂ ਇਸ ਦਾ ਭਾਵ ਕੀ ਨਿਕਲੇਗਾ ਕਿ ਲੋਕਾਂ ਨੇ ਫਿਰ ਉਸ ਬੰਦੇ ਨੂੰ ਵੀ ਭੁਲਾ ਦਿੱਤਾ। ਉਹ ਬੰਦਾ ਜਿਹੜਾ ਕੋਈ ਰੋਲ ਹੀ ਕੋਈ ਨਹੀਂ, ਜਿਹੜਾ ਬੰਦਾ ਕਿਸੇ ਕਰਕੇ ਨਹੀਂ ਮਾਰਿਆ ਗਿਆ, ਪਤਾ ਨਹੀਂ ਕੌਣ ਉਹਦੇ ਨਾਲ ਦੁਸ਼ਮਣੀ ਕੱਢ ਗਿਆ, ਤੇ ਤੁਸੀਂ ਉਸ ਦਾ ਨਾਮ ਜਿਹੜਾ ਆਪਣੀ ਰਾਜਨੀਤੀ ਵਾਸਤੇ ਵਰਤਦੇ ਪਏ ਜੇ। ਇਹ ਜਿਹੜੀ ਗੱਲ ਜਿਹੜੀ ਹੈਗੀ, ਜੋ ਕੁਝ ਇਨਸੀਡੈਂਟ ਹੋਇਆ, ਸਿੱਧੂ ਮੂਸੇਵਾਲੇ ਦੇ ਪਰਿਵਾਰ ਦਾ ਸਾਹਮਣੇ ਆਉਣਾ, ਆਣ ਕੇ ਇਸ ਤਰ੍ਹਾਂ ਨੂੰ ਟੋਕਣਾ, ਇਹਦੇ ਨਾਲ ਕਾਂਗਰਸ ਪਾਰਟੀ ਜ਼ਰੂਰ ਬੈਕਫੁੱਟ ਤੇ ਗਈ ਆ, ਤਾਂ ਉਸ ਨੂੰ ਇਸ ਦਾ ਜ਼ਰੂਰ ਜਿਹੜਾ ਨੁਕਸਾਨ ਜਿਹੜਾ ਇਹਨਾਂ ਚੋਣਾਂ ਦੇ ਵਿੱਚ ਹੋਵੇ ਜੀ। ਬਿਲਕੁਲ ਜੀ, ਬਿਲਕੁਲ। ਸੋ ਵੱਡਾ ਨੁਕਸਾਨ ਆਪਾਂ ਕਹਿ ਸਕਦੇ, ਜਿਹੜੀ ਉਹ ਕਾਂਗਰਸ ਜਿਹੜੀ ਪਹਿਲਾਂ ਹੀ ਆਲਰੇਡੀ ਪੰਜਾਬ ਦੇ ਵਿੱਚ ਬੈਕਫੁੱਟ ਤੇ ਚੱਲ ਰਹੀ ਹੈ। ਸੋ ਜੇਕਰ ਇਸ ਤਰ੍ਹਾਂ ਦਾ ਮੇਨ ਮੁੱਦਾ ਹੀ ਇੱਥੋਂ ਖੋਇਆ ਗਿਆ ਤਾਂ ਬਿਲਕੁਲ ਇਹ ਕਲੀਅਰ ਹੈ ਵੀ ਕਾਂਗਰਸ ਲਈ ਇੱਕ ਵੱਡਾ ਝਟਕਾ, ਵੱਡਾ ਨੁਕਸਾਨ ਜਿਮਨੀ ਚੋਣਾਂ ਵਿੱਚ। ਸੋ ਅਣਖੀ ਸਰ, ਤੁਸੀਂ ਗੱਲਬਾਤ ਕਰ ਲਈ, ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਲਖਵਿੰਦਰ ਜੀ। ਸੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਅੱਜ ਦੀਆਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ। ਤੁਹਾਨੂੰ ਇਹ ਚਰਚਾ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ।